200 ਕਿੱਲੇ ਦੀ ਤੁਸੀਂ ਖੇਤੀ ਕਰਦੇ ਹੋ ਤਾਂ ਕੱਦੂ ਕਿਹੜੀ ਗੱਲੋਂ ਨਹੀਂ ਕਰਨਾ ਚਾਹੀਦਾ? ਕਿਉਂਕਿ ਕੱਦੂ ਤਾਂ ਪਿਛਲੇ ਮੈਨੂੰ ਲੱਗਦਾ ਕਈ 100 ਸਾਲਾਂ ਤੋਂ ਕਰਦੇ ਆ ਰਹੇ ਆਪਾਂ। ਕੱਦੂ ਇਸ ਕਰਕੇ ਨਹੀਂ ਕਰਨਾ ਚਾਹੀਦਾ ਵੀ ਇੱਕ ਤਾਂ ਸਾਡੇ ਪਾਣੀ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਆ, ਫਾਰਮਰ ਦਾ ਆਪਦਾ ਨੁਕਸਾਨ ਬੜਾ ਹੁੰਦਾ। ਉਸ ਤੋਂ ਬਾਅਦ ਜੇ ਅਸੀਂ ਕੱਦੂ ਨਹੀਂ ਕੀਤਾ ਤੇ ਜੇ ਅਸੀਂ ਵੱਟਾਂ ਦੇ ਝੋਨਾ ਲਾਇਆ ਤੇ ਕੰਬਾਈਨ ਦੇ ਨਾਲ ਉਹਨੂੰ ਕੱਟ ਕੇ ਜਿਹੜੀ ਕੰਬਾਈਨ ਆ ਉਹਨੂੰ ਚੌਪ ਕਰ ਦਿੰਦੀ ਆ ਔਰ ਜਿਹੜਾ ਥੱਲੇ ਮੁੱਢ ਰਹਿ ਜਾਂਦਾ ਉਹ ਹਰਾ ਹੁੰਦਾ ਆ, ਕਿਉਂਕਿ ਪਾਣੀ ਦੇ ਵਿੱਚ ਜਿਹੜਾ ਦੂਜਾ ਝੋਨਾ ਕੱਦੂ ਵਾਲਾ ਜਿਹੜਾ ਅਸੀਂ ਕਹਿ ਰਹੇ ਹਾਂ ਕੱਦੂ ਵਾਲਾ ਝੋਨਾ ਬੈਨ ਕਰੋ, ਉਹਦੇ 'ਚੋਂ ਪਰਾਲੀ ਗਲ ਜਾਂਦੀ ਆ, ਨਾ ਡੈਸਕਾਂ ਵੱਢਦੀਆਂ ਨਾ ਉਹ ਗਲਦੀ ਆ ਮੁੜ ਕੇ ਉਹਦੇ ਤੇ ਫਿਰ 8000 ਰੁਪਈਆ 10000 ਰੁਪਈਆ ਫਿਰ ਉਹਨੂੰ 8-10 ਬਹਾਈਆਂ ਕਰਕੇ ਉਹਨੂੰ ਫਿਰ ਗਾਲਣਾ ਪੈਂਦਾ ਜਾਂ ਉਹਨੂੰ ਚੱਕਣਾ ਪੈਂਦਾ। ਜਿਨ੍ਹਾਂ ਨੇ ਸਿੱਧਾ ਝੋਨਾ ਲਾਇਆ ਕਈਆਂ ਦੀਆਂ ਸ਼ਿਕਾਇਤਾਂ ਵੀ ਆਈਆਂ ਕਿ ਉਹ ਸਫਲ ਨਹੀਂ ਹੋ ਪਾਏ। ਤੁਸੀਂ ਕਹਿੰਦੇ ਹੋ ਕਿ ਸਫਲ ਹੋਏ, ਠੀਕ ਹੈ, ਜ਼ਿਆਦਾਤਰ ਕਿਸਾਨ ਸਫਲ ਵੀ ਹੋਏ, ਤਾਂ ਫਸਲ ਚੰਗੀ ਹੋ ਗਈ ਸੀ। ਜਿਨ੍ਹਾਂ ਦੇ ਨਹੀਂ ਹੋਏ ਉਹਨਾਂ ਦਾ ਕਾਰਨ ਕੀ? ਉਹਨਾਂ ਦੇ ਕਾਰਨ ਕੁਛ ਤਾਂ ਮਸ਼ੀਨਾਂ 'ਚ ਨੁਕਸ ਸੀਗਾ ਜੀ। ਜਿਹੜਾ ਬੀਜ ਆ ਡੂੰਘਾ ਚਲਾ ਗਿਆ, ਜਿਹੜਾ ਬੀਜ ਆ ਉਹ ਬਾਅਦ ਵਿੱਚ ਉੱਗਿਆ ਜਦ ਤੱਕ ਨਦੀਨ ਉੱਗ ਗਏ। ਜਿੱਦਾਂ ਕਿ ਜਿਹੜੀ ਸਿੱਧੀ ਬਿਜਾਈ ਪਲੇਨ ਦੇ ਉੱਤੇ ਬੀਜਦੇ ਆ ਉਹਨੂੰ 21 ਦਿਨ ਬਾਅਦ ਪਾਣੀ ਲਾਉਂਦੇ ਆ ਤੇ ਹਰ ਚੀਜ਼ ਦਾ ਇੱਕ ਟਾਈਮ ਹੁੰਦਾ ਆ ਉੱਗਣ ਦਾ। ਉਹ ਉੱਗਿਆ ਲੇਟ, ਨਾਲ ਨਦੀਨ ਉੱਗ ਪਏ। ਨਦੀਨ ਉੱਗਣ ਦੇ ਨਾਲ ਉਹਨਾਂ ਦੀ ਫਸਲ ਖਰਾਬ ਹੋਈ। ਨਹਿਰਾਂ ਤੋਂ ਪਾਣੀ ਲਿਆ ਜਾ ਰਿਹਾ, ਉਹਦਾ ਵੀ ਬੋਝ ਸਰਕਾਰਾਂ ਤੇ ਪੈ ਰਿਹਾ। ਅਸੀਂ ਚਾਹੁੰਦੇ ਆ ਵੀ ਸਰਕਾਰਾਂ ਤੇ ਬੋਝ ਨਾ ਪਾਈਏ। ਸਾਡੇ ਕੋਲ ਇੱਕ ਜਿਹੜਾ ਇਹ ਸੋਮਾ ਆ, ਪਾਣੀ ਆ, ਇਹਨੂੰ ਬਚਾ ਕੇ ਆਪਣੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ, ਆਉਣ ਵਾਲਾ ਜਿਹੜਾ ਭਵਿੱਖ ਆ ਸਾਡਾ, ਉਹ ਸੇਵ ਹੋ ਜਾਵੇ। ਝੋਨੇ ਦੀ ਲਵਾਈ ਦੀਆਂ ਤਰੀਕਾਂ ਜਿਉਂ-ਜਿਉਂ ਨੇੜੇ ਆ ਰਹੀਆਂ ਨੇ, ਕਿਸਾਨਾਂ ਦੇ ਵਿੱਚ ਵੀ ਹਲਚਲ ਵਧਣੀ ਸ਼ੁਰੂ ਹੋ ਚੁੱਕੀ ਹੈ। ਝੋਨੇ ਦੀ ਲਾਉਣ ਦੀ ਪ੍ਰਕਿਰਿਆ ਨੂੰ ਜੇਕਰ ਦੇਖੀਏ, ਜਿਸ ਤਰੀਕੇ ਨਾਲ ਅਸੀਂ ਪਹਿਲਾਂ ਲਾਉਂਦੇ ਆ, ਪਹਿਲਾਂ ਪਨੀਰੀ ਬੀਜਦੇ ਆ, ਫਿਰ ਕੱਦੂ ਕਰਦੇ ਆ, ਫਿਰ ਉਸ ਦੇ ਉੱਪਰ ਝੋਨੇ ਦੀ ਬਿਜਾਈ ਹੁੰਦੀ ਹੈ, ਤਾਂ ਉਸ ਦੇ ਨਾਲ ਪਾਣੀ ਦੀ ਬਹੁਤ ਜ਼ਿਆਦਾ ਖਪਤ ਹੁੰਦੀ ਹੈ। ਤਾਂ ਹੁਣ ਪਹਿਲਾਂ ਸਰਕਾਰਾਂ ਕਹਿੰਦੀਆਂ ਸੀ ਕਿ ਝੋਨਾ ਘੱਟ ਲਾਓ ਜਾਂ ਪਾਣੀ ਦੀ ਵਰਤੋਂ ਘੱਟ ਕਰੋ, ਸਿੱਧਾ ਝੋਨਾ ਲਾਓ। ਪਿਛਲੀ ਵਾਰੀ ਕਈ ਕਿਸਾਨਾਂ ਨੇ ਲਾਇਆ ਵੀ, ਪਰ ਇਸ ਵਾਰ ਕਿਸਾਨ ਖੁਦ ਇਹ ਗੱਲ ਕਹਿ ਰਹੇ ਆ ਕਿ ਕੱਦੂ ਨਹੀਂ ਕਰਨਾ ਚਾਹੀਦਾ। ਕੱਦੂ ਦੇ ਨੁਕਸਾਨ ਬਹੁਤ ਜ਼ਿਆਦਾ ਨੇ, ਜਿਸ ਦੇ ਨਾਲ ਪਾਣੀ ਦੀ ਜ਼ਿਆਦਾ ਵਰਤੋਂ ਹੁੰਦੀ ਹੈ ਤੇ ਖਪਤ ਘੱਟ ਹੁੰਦੀ ਹੈ। ਇਸ ਤਰੀਕੇ ਦੇ ਜਿਹੜੀਆਂ ਉਦਾਹਰਨਾਂ ਨੇ ਕਿਸਾਨਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ। ਕੁਝ ਕਿਸਾਨ ਅੱਜ ਜਲੰਧਰ ਦੇ ਖੇਤੀਬਾੜੀ ਦਫ਼ਤਰ ਦੇ ਵਿੱਚ ਪਹੁੰਚੇ ਨੇ। ਇਹਨਾਂ ਨੇ ਮੰਗ ਪੱਤਰ ਦਿੱਤਾ ਕਿ ਝੋਨੇ ਦੇ ਲਈ ਜਿਹੜਾ ਅਸੀਂ ਕੱਦੂ ਕਰਦੇ ਹਾਂ, ਕੱਦੂ ਕਰਨ ਦੀ ਜ਼ਰੂਰਤ ਨਹੀਂ ਹੈ, ਉਸ ਦੇ ਨਾਲ ਪਾਣੀ ਬਹੁਤ ਜ਼ਿਆਦਾ ਖਰਾਬ ਹੁੰਦਾ ਆ। ਤਾਂ ਇਹ ਕਿਸਾਨ ਨੇ, ਕੋਈ 30 ਕਿੱਲੇ ਦੀ ਖੇਤੀ ਕਰਦਾ, ਕੋਈ 200 ਕਿੱਲੇ ਦੀ ਖੇਤੀ ਕਰਦੇ ਨੇ। ਇਹ ਕਿਸਾਨ ਸਫਲ ਕਿਸਾਨ ਨੇ, ਤਾਂ ਇਹ ਹੁਣ ਕਹਿੰਦੇ ਆ ਕਿ ਕੱਦੂ ਨਹੀਂ ਕਰਨਾ ਚਾਹੀਦਾ। ਪਰ ਕੱਦੂ ਕਿਉਂ ਨਹੀਂ ਕਰਨਾ ਚਾਹੀਦਾ, ਇਹ ਵੀ ਗੱਲਬਾਤ ਕਰਦੇ ਆ। ਢੀਂਡਸਾ ਸਾਹਿਬ ਸਾਡੇ ਨਾਲ ਨੇ। ਢੀਂਡਸਾ ਸਾਹਿਬ, ਸਭ ਤੋਂ ਪਹਿਲਾਂ ਇਹੀ ਦੱਸੋ ਕਿ 200 ਕਿੱਲੇ ਦੀ ਤੁਸੀਂ ਖੇਤੀ ਕਰਦੇ ਹੋ ਤਾਂ ਕੱਦੂ ਕਿਹੜੀ ਗੱਲੋਂ ਨਹੀਂ ਕਰਨਾ ਚਾਹੀਦਾ? ਕਿਉਂਕਿ ਕੱਦੂ ਤਾਂ ਪਿਛਲੇ ਮੈਨੂੰ ਲੱਗਦਾ ਕਈ 100 ਸਾਲਾਂ ਤੋਂ ਕਰਦੇ ਆ ਰਹੇ ਆਪਾਂ। ਪਾਣੀ ਬਚਾਓ, ਪੰਜਾਬ ਬਚਾਓ ਲਹਿਰ ਦੇ ਵਿੱਚ ਜਿਹੜੇ ਮੇਰੇ ਨਾਲ ਕਿਸਾਨ ਮੇਰੇ ਸੰਯੋਗੀ ਆ ਔਰ ਪਿਛਲੇ ਕਾਫੀ ਸਮੇਂ ਤੋਂ, ਪਿਛਲੇ 2-3 ਸਾਲ ਤੋਂ ਇਸ ਵਿਧੀ ਦੇ ਉੱਤੇ ਕੰਮ ਕਰ ਰਹੇ ਆ ਵੀ ਸਾਡਾ ਜਿਹੜਾ ਝੋਨਾ ਆ ਉਹਦੇ 'ਚ ਪਾਣੀ ਘੱਟ ਤੋਂ ਘੱਟ ਵਰਤਿਆ ਜਾਵੇ ਔਰ ਸਾਡੀਆਂ ਜ਼ਮੀਨਾਂ ਜਿਹੜੀਆਂ ਖੁਸ਼ਹਾਲ ਹੋਣ, ਸਾਡਾ ਜਿਹੜਾ ਐਟਮੋਸਫੇਅਰ ਆ ਉਹ ਖੁਸ਼ਹਾਲ ਰਵੇ। ਔਰ ਜੇ ਅਸੀਂ ਜ਼ਮੀਨਾਂ ਨੂੰ ਖੁਸ਼ਹਾਲ ਰੱਖਾਂਗੇ ਤਾਂ ਫੇਰ ਹੀ ਆਪਣੀਆਂ ਜਿਹੜੀਆਂ ਦੂਜੀਆਂ ਫਸਲਾਂ ਉਹ ਲੈ ਸਕਦੇ ਆ। ਜੇ ਅਸੀਂ ਗੱਲ ਕਰੀਏ ਝੋਨੇ ਦੀ, ਤਾਂ ਝੋਨੇ ਦੇ ਵਿੱਚ ਕੱਦੂ ਬਿਲਕੁਲ ਬੈਨ ਹੋਣਾ ਚਾਹੀਦਾ ਆ। ਉਹ ਇਸ ਲਈ ਬੈਨ ਹੋਣਾ ਚਾਹੀਦਾ, ਇੱਕ ਤਾਂ ਸਾਡੀ ਪੰਜਾਬ ਸਰਕਾਰਾਂ ਤੇ ਬਹੁਤ ਵੱਡਾ ਬੋਝ ਆ ਬਿਜਲੀ ਪੈਦਾ ਕਰਕੇ ਦੇਣ ਦਾ। ਨਜਾਇਜ਼ ਤਰੀਕੇ ਦੇ ਨਾਲ ਬਿਜਲੀ ਨੂੰ ਇਸ ਕੱਦੂ ਦੇ ਕਰਕੇ ਵਰਤਿਆ ਜਾ ਰਿਹਾ ਔਰ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਆ, ਆਉਣ ਵਾਲਾ ਜਿਹੜਾ ਸਾਡਾ ਭਵਿੱਖ ਆ, ਆਉਣ ਵਾਲਾ ਜਿਹੜਾ ਸਾਡਾ ਫਿਊਚਰ ਆ, ਉਹ ਦਲਦਲ ਦੇ ਵਿੱਚ ਜਾ ਰਿਹਾ। ਜਿਵੇਂ ਐਗਜ਼ਾਮਪਲ ਦੇ ਤੌਰ ਤੇ ਗੱਲ ਕਰਾਂ ਕਿ ਤੁਸੀਂ ਪਿਛਲੀ ਵਾਰੀ ਦੱਸਦੇ ਹੋ ਕਿ ਸਿੱਧੀ ਜਿਹੜੀ ਝੋਨੇ ਦੀ ਬਿਜਾਈ ਕੀਤੀ, ਉਸ ਤੋਂ ਪਹਿਲਾਂ ਕੱਦੂ ਕਰਕੇ ਕਰਦੇ ਰਹੇ ਹੋ। ਐਗਜ਼ਾਮਪਲ ਦਿਓਗੇ ਕਿ ਕੱਦੂ ਕਿਉਂ ਨਹੀਂ ਕਰਨਾ ਚਾਹੀਦਾ? ਕੱਦੂ ਇਸ ਕਰਕੇ ਨਹੀਂ ਕਰਨਾ ਚਾਹੀਦਾ ਵੀ ਇੱਕ ਤਾਂ ਸਾਡੇ ਪਾਣੀ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਆ, ਫਾਰਮਰ ਦਾ ਆਪਦਾ ਨੁਕਸਾਨ ਬੜਾ ਹੁੰਦਾ। ਕੱਦੂ ਦੇ ਉੱਤੇ ਖਰਚਾ ਬਹੁਤ ਆਉਂਦਾ, ਘੱਟੋ ਘੱਟ 6 ਤੋਂ 8000 ਰੁਪਈਆ ਕੱਦੂ ਕਰਨ ਤੇ ਖਰਚਾ ਆ ਜਾਂਦਾ। ਉਸ ਤੋਂ ਬਾਅਦ ਜਿਹੜੀ ਟਰਾਂਸਪਲਾਂਟ ਕਰਨੀ ਆ ਉਹਦੇ ਤੇ ਖਰਚਾ, ਉਸ ਤੋਂ ਬਾਅਦ ਉਹਨੂੰ ਵਧੀਆ ਤਰੀਕੇ ਦੇ ਨਾਲ ਫਸਲ ਨੂੰ ਤਿਆਰ ਕਰਨ ਵਾਸਤੇ ਜਿਹੜੀਆਂ ਦਵਾਈਆਂ, ਰੇਹਾਂ ਜਾਂ ਖਾਦਾਂ ਵਰਤੀਆਂ ਜਾਂਦੀਆਂ ਉਹਨਾਂ ਦਾ ਖਰਚਾ। ਔਰ ਲਾ ਪਾ ਕੇ ਬਾਈ ਚਾਂਸ ਕੋਈ ਇਦਾਂ ਦਾ ਉੱਪਰੋਂ ਮੌਸਮ ਦਾ ਕੋਈ ਨੁਕਸਾਨ, ਮੌਸਮ ਦੇ ਤੌਰ ਤੇ ਨੁਕਸਾਨ ਹੋ ਜਾਵੇ ਤਾਂ ਉਹ ਕਿਤੇ ਵੀ ਕਵਰ ਨਹੀਂ ਹੁੰਦਾ। ਜੇ ਅਸੀਂ ਕੱਦੂ ਨਹੀਂ ਸੀ ਕੀਤਾ ਪਿਛਲੇ ਸਾਲ ਤੇ ਬਾਰਿਸ਼ਾਂ ਵੀ ਜ਼ਿਆਦਾ ਹੋਈਆਂ, ਤਾਂ ਮੈਨੂੰ ਇਹ ਗੱਲ ਨੂੰ ਫਖਰ ਦੇ ਨਾਲ ਕਹਿਣਾ ਜਾ ਰਿਹਾ ਮੈਂ ਵੀ ਜਿੰਨੇ ਵੀ ਫਾਰਮਰ ਮੇਰੇ ਸਹਿਯੋਗੀ ਆ, ਮੇਰੇ ਨਾਲ ਸਾਡੀ ਇੱਕ ਬਹੁਤ ਵੱਡੀ ਟੀਮ ਬਣ ਗਈ ਹੈ ਇਸ ਗੱਲ ਦੇ ਉੱਤੇ ਵੀ ਉਹਨਾਂ ਦਾ ਸਾਰਿਆਂ ਦਾ ਜਿੰਨਾ ਪਾਣੀ ਆ ਉਹ ਰੀਚਾਰਜ ਹੋਇਆ। ਜਿੰਨਾ ਅਸੀਂ ਮੋਟਰ ਤੋਂ ਪਾਣੀ ਲਿਆ ਉਹ ਵੀ ਅਸੀਂ ਧਰਤੀ ਨੂੰ ਵਾਪਸ ਕਰਤਾ
ਔਰ ਸਾਨੂੰ ਗਿਫਟ ਮਿਲਿਆ ਜਿਹੜਾ ਰੇਨ ਹਾਰਵੈਸਟਿੰਗ ਦਾ, ਉਹ ਵੀ ਜਿਹੜਾ ਵੀ ਆ ਉਹ ਸਾਡੇ ਪਾਣੀ ਜਿਹੜਾ ਉਹ ਧਰਤੀ 'ਚ ਚਲਾ ਗਿਆ। ਔਰ ਸਾਡੇ ਜਿਹੜੇ ਮਿੱਤਰ ਕੀੜੇ ਆ, ਖਾਸ ਕਰਕੇ ਜਿਨ੍ਹਾਂ ਦਾ ਅਸੀਂ ਖਾਸ ਉਹਨਾਂ ਤੇ ਧਿਆਨ ਦੇ ਰਹੇ ਹਾਂ ਅੱਜ ਦੀ ਡੇਟ ਦੇ ਵਿੱਚ, ਬਹੁਤ ਸਾਡੇ ਫਾਰਮਰ ਜਿਹੜੇ ਵਰਮਿੰਗ ਕੰਪੋਸਟ ਕਰਦੇ ਆ, ਉਹਨਾਂ ਨੂੰ ਪੈਦਾ ਕਰਦੇ। ਸਾਡੇ ਨੈਚੁਰਲ ਤਰੀਕੇ ਦੇ ਨਾਲ ਜਿਹੜੇ ਮਿੱਤਰ ਕੀੜੇ ਆ ਸਾਡੇ ਜਿਹੜੀ ਜ਼ਮੀਨਾਂ ਸੀਗੀਆਂ ਉਹਦੇ ਵਿੱਚ ਜਿਹੜੀਆਂ ਉਹਦੇ ਵਿੱਚ ਪੈਦਾ ਹੋਏ, ਉਹਦੇ ਨਾਲ ਸਾਡੀਆਂ ਫਸਲਾਂ ਦੇ ਉੱਤੇ 0% ਜਿਹੜੀ ਕੋਈ ਇਨਸੈਕਟੀਸਾਈਡ ਆ ਉਹ ਅਸੀਂ ਕੀਤੀ 0%। ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਅਸੀਂ 10-10 11-11 ਹਜ਼ਾਰ ਦੀ ਅਖੀਰ ਤੱਕ ਸਾਨੂੰ ਸਪਰੇਹਾਂ ਕਰਨੀਆਂ ਪੈ ਰਹੀਆਂ ਸੀਗੀਆਂ। ਉਸ ਤੋਂ ਬਾਅਦ ਜੇ ਅਸੀਂ ਕੱਦੂ ਨਹੀਂ ਕੀਤਾ ਤੇ ਜੇ ਅਸੀਂ ਵੱਟਾਂ ਤੇ ਝੋਨਾ ਲਾਇਆ ਤੇ ਕੰਬਾਈਨ ਦੇ ਨਾਲ ਉਹਨੂੰ ਕੱਟ ਕੇ ਜਿਹੜੀ ਕੰਬਾਈਨ ਆ ਉਹਨੂੰ ਚੌਪ ਕਰ ਦਿੰਦੀ ਆ, ਔਰ ਜਿਹੜਾ ਥੱਲੇ ਮੁੱਢ ਰਹਿ ਜਾਂਦਾ ਉਹ ਹਰਾ ਹੁੰਦਾ ਆ, ਕਿਉਂਕਿ ਪਾਣੀ ਦੇ ਵਿੱਚ ਜਿਹੜਾ ਦੂਜਾ ਝੋਨਾ ਕੱਦੂ ਵਾਲਾ ਜਿਹੜਾ ਅਸੀਂ ਕਹਿ ਰਹੇ ਹਾਂ ਕੱਦੂ ਵਾਲਾ ਝੋਨਾ ਬੈਨ ਕਰੋ, ਉਹਦੇ 'ਚੋਂ ਪਰਾਲੀ ਗਲ ਜਾਂਦੀ ਆ, ਨਾ ਡੈਸਕਾਂ ਵੱਢਦੀਆਂ ਨਾ ਉਹ ਗਲਦੀ ਆ ਮੁੜ ਕੇ। ਉਹਦੇ ਤੇ ਫਿਰ 8,000 ਰੁਪਈਆ 10,000 ਰੁਪਈਆ ਫਿਰ ਉਹਨੂੰ 8-10 ਬਹਾਈਆਂ ਕਰਕੇ ਉਹਨੂੰ ਫਿਰ ਗਾਲਣਾ ਪੈਂਦਾ ਜਾਂ ਉਹਨੂੰ ਚੱਕਣਾ ਪੈਂਦਾ। ਤੇ ਇਸ ਕਰਕੇ ਜਿਹੜੀ ਅਗਲੀ ਫਸਲ ਆ ਉਹ ਵੀ ਲੇਟ ਹੋ ਜਾਂਦੀ ਆ, ਖਰਚੇ ਵਾਧੂ ਹੋ ਜਾਂਦੇ। ਇਸ ਕਰਕੇ ਅਸੀਂ ਕਹਿੰਦੇ ਵੀ ਝੋਨਾ ਜਿਹੜਾ ਆ ਉਹ ਬਗੈਰ ਕੱਦੂ ਤੋਂ ਅਸੀਂ ਕਾਮਯਾਬ ਹੋਏ ਆ, 99% ਕਾਮਯਾਬ ਹੋਏ ਆ। ਕੁਝ ਕਮੀਆਂ ਸੀਗੀਆਂ ਉਹ ਇਸ ਸਾਲ ਅਸੀਂ ਕੱਢ ਦੇਣੀਆਂ, ਹੋਰ ਕਮੀਆਂ ਆਉਣਗੀਆਂ ਅਸੀਂ ਸੰਯੋਗ ਲਵਾਂਗੇ ਖੇਤੀਬਾੜੀ ਅਫਸਰ ਦਾ। ਜਿਨ੍ਹਾਂ ਨੇ ਸਿੱਧਾ ਝੋਨਾ ਲਾਇਆ ਕਈਆਂ ਦੀਆਂ ਸ਼ਿਕਾਇਤਾਂ ਵੀ ਆਈਆਂ ਕਿ ਉਹ ਸਫਲ ਨਹੀਂ ਹੋ ਪਾਏ, ਤੁਸੀਂ ਕਹਿੰਦੇ ਹੋ ਕਿ ਸਫਲ ਹੋਏ, ਠੀਕ ਹੈ, ਜ਼ਿਆਦਾਤਰ ਕਿਸਾਨ ਸਫਲ ਵੀ ਹੋਏ, ਤਾਂ ਫਸਲ ਚੰਗੀ ਹੋ ਗਈ ਸੀ। ਜਿਨ੍ਹਾਂ ਦੇ ਨਹੀਂ ਹੋਏ ਉਹਨਾਂ ਦਾ ਕਾਰਨ ਕੀ? ਉਹਨਾਂ ਦੇ ਕਾਰਨ ਕੁਛ ਤਾਂ ਮਸ਼ੀਨਾਂ 'ਚ ਨੁਕਸ ਸੀਗਾ ਜੀ, ਜਿਹੜਾ ਬੀਜ ਆ ਡੂੰਘਾ ਚਲਾ ਗਿਆ, ਜਿਹੜਾ ਬੀਜ ਆ ਉਹ ਬਾਅਦ ਵਿੱਚ ਉੱਗਿਆ ਜਦ ਤੱਕ ਨਦੀਨ ਉੱਗ ਗਏ। ਜਿੱਦਾਂ ਕਿ ਜਿਹੜੀ ਸਿੱਧੀ ਬਿਜਾਈ ਪਲੇਨ ਦੇ ਉੱਤੇ ਬੀਜਦੇ ਆ ਉਹਨੂੰ 21 ਦਿਨ ਬਾਅਦ ਪਾਣੀ ਲਾਉਂਦੇ ਆ, ਤੇ ਹਰ ਚੀਜ਼ ਦਾ ਇੱਕ ਟਾਈਮ ਹੁੰਦਾ ਆ ਉੱਗਣ ਦਾ। ਉਹ ਉੱਗਿਆ ਲੇਟ, ਨਾਲ ਨਦੀਨ ਉੱਗ ਪਏ। ਨਦੀਨ ਉੱਗਣ ਦੇ ਨਾਲ ਉਹਨਾਂ ਦੀ ਫਸਲ ਖਰਾਬ ਹੋਈ। ਕਿਤੇ ਕਿਸੇ ਵੇਲੇ ਫਾਰਮਰ ਘਬਰਾ ਜਾਂਦਾ ਆ ਵੀ ਮੇਰੀ ਫਸਲ ਨਾ ਹੋਈ ਤੇ ਮੈਨੂੰ ਨੁਕਸਾਨ ਹੋ ਜਾਣਾ। ਹਰ ਬੰਦਾ ਇਸ ਟਾਈਮ ਬਹੁਤ ਵੱਡੇ ਇੱਕ ਕਰਜ਼ੇ ਥੱਲੇ, ਸਾਡੇ ਕਿਸਾਨ ਪੰਜਾਬ ਦਾ ਜਿਹੜਾ ਕਰਜ਼ੇ ਥੱਲੇ ਆਇਆ ਹੋਇਆ, ਕੁਝ ਆੜ੍ਹਤੀਆਂ ਦਾ, ਕੁਝ ਬੈਂਕਾਂ ਦਾ, ਕੁਝ ਹੋਰ ਤਰੀਕਿਆਂ ਦਾ। ਉਹ ਡਰਦਾ ਆ ਵੀ ਇਹਨੂੰ ਇਹ ਖਰਾਬ ਹੋ ਗਿਆ ਤਾਂ ਮੈਂ ਇਹਦੇ ਵਿੱਚ ਉਹ ਸ਼ਿਕਾਇਤ ਆ ਜਾਂਦੀ ਆ ਵੀ ਇਹ ਕਿਤੇ ਨਾ ਕਿਤੇ ਇਹ ਕਾਮਯਾਬ ਨਹੀਂ ਹੋਣਾ। ਲੇਕਿਨ ਉਹਦੇ ਵਿੱਚ ਨੁਕਸ ਹੁੰਦਾ ਟੈਕਨੀਕਲੀ ਨੁਕਸ ਇਹ ਹੁੰਦਾ ਵੀ ਬੀਜ ਜਿਹੜਾ ਡੂੰਘਾ ਜਾਣ ਦੇ ਨਾਲ ਨਦੀਨ ਵੀ ਨਾਲ ਆ ਜਾਂਦਾ ਹੈ ਤੇ ਉਸ ਤੋਂ ਬਾਅਦ ਨਾਲ ਫਸਲ ਵੀ ਬਾਹਰ ਆ ਜਾਂਦੀ ਆ। ਤੁਸੀਂ ਪਿਛਲੀ ਵਾਰੀ ਕਿੰਨੇ ਕਿੱਲਿਆਂ 'ਚ ਇਹ ਸਿੱਧੀ ਬਿਜਾਈ ਕੀਤੀ ਸੀ? ਅਸੀਂ 80 ਏਕੜ ਦੇ ਵਿੱਚ ਸਿੱਧੀ ਬਿਜਾਈ ਕੀਤੀ ਸਾਰੀ। ਕੁਝ ਵੱਟਾਂ ਤੇ ਕੀਤੀ ਆ, ਜਿਹੜੇ ਸਾਡੇ ਕਣਕ ਵਾਲੇ ਖੇਤ ਸੀਗੇ, ਔਰ ਜਿਹੜੇ ਮੱਕੀ ਵਾਲੇ ਖੇਤ ਸੀ ਮੱਕੀ ਕੱਟ ਕੇ ਉਹਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਖੇਤ ਉਹ ਹੱਥਾਂ ਦੇ ਨਾਲ ਲੇਬਰ ਤੋਂ ਹੀ ਲਵਾਈ। ਉਹਦੇ ਵਿੱਚ ਸਾਡਾ ਖਰਚਾ ਘੱਟ ਹੋਇਆ, ਲੇਬਰ ਦਾ ਖਰਚਾ ਵੀ ਘੱਟ ਹੋਇਆ। 20 ਦਿਨਾਂ ਦੀ ਪਨੀਰੀ ਲੱਗ ਗਈ। ਕੋਈ ਪੱਕੀ ਪਨੀਰੀ ਲੱਗ ਜਾਂਦੀ ਹੈ ਤਾਂ ਵੀ ਫਸਲ ਖਰਾਬ ਹੋ ਜਾਂਦੀ ਹੈ। 20 ਦਿਨਾਂ ਦੀ ਪਨੀਰੀ ਲੱਗ ਗਈ, ਔਰ ਉੱਤੇ ਇੱਕ ਵੀ ਸਾਨੂੰ ਇਨਸੈਕਟੀਸਾਈਡ, ਕੋਈ ਜ਼ਹਿਰ, ਕੋਈ ਫਾਲਤੂ ਅਖੀਰ ਤੱਕ ਕੋਈ ਵੀ ਸਾਡਾ ਉਹਦੇ ਉੱਤੇ ਖਰਚਾ ਨਹੀਂ ਹੋਇਆ। ਔਰ ਉਸ ਤੋਂ ਬਾਅਦ ਇਹਨੂੰ ਅਸੀਂ ਹੋਰ ਵੀ ਕਹਿੰਦੇ ਆ ਵੀ ਬਹਾਈਆਂ ਤੇ ਵੀ ਖਰਚੇ ਘਟ ਗਏ। ਸਾਡੀਆਂ 2 ਬਹਾਈਆਂ ਹੋਈਆਂ ਤਾਂ ਅਸੀਂ ਆਲੂ ਤੀਸਰੀ ਬਹਾਈ ਤੇ ਆਲੂ ਬਿਜਾਈ ਕਰ ਦਿੱਤੀ ਸੀ, ਉਹਦੇ ਵਿੱਚ ਸਾਡਾ ਖਰਚਾ ਹੋਇਆ। ਜਿਹੜਾ ਕੱਦੂ ਵਾਲਾ ਝੋਨਾ ਹੈ ਉਹਨੂੰ ਤਾਂ ਪਹਿਲਾਂ ਮਿੱਟੀ ਪੱਟਣ ਤੇ ਹੀ ਉਹਨੂੰ 7 ਬਹਾਈਆਂ ਚਾਹੀਦੀਆਂ, ਫਿਰ ਉਸ ਤੋਂ ਬਾਅਦ ਉਹਨੂੰ ਪਰਾਲੀ ਗਾਲਣ ਵਾਸਤੇ ਚਾਹੀਦਾ, ਫਿਰ ਉਹਨੂੰ ਯੂਰੀਆ ਇਸਤੇਮਾਲ ਕਰਦੇ ਆ, ਹੋਰ ਬੜੀਆਂ ਚੀਜ਼ਾਂ ਨੂੰ ਇਸਤੇਮਾਲ ਕਰਦੇ ਵੀ ਇਹ ਕਿਸੇ ਤਰੀਕੇ ਪਰਾਲੀ ਗਲ ਜਾਵੇ। ਤੇ ਇਹਦੇ ਵਿੱਚ ਸਾਨੂੰ ਇਹ ਫਾਇਦਾ ਹੋਇਆ ਵੀ ਕੱਦੂ ਨਹੀਂ ਕੀਤਾ ਤੇ ਸਾਡਾ ਡੀਜ਼ਲਾਂ ਦਾ ਖਰਚਾ, ਟਰੈਕਟਰਾਂ ਦਾ ਖਰਚਾ ਉਹ ਬਚਿਆ। ਫਿਰ ਵੱਡੀ ਗੱਲ ਜਿਹੜਾ ਸਾਨੂੰ ਗਿਫਟ ਮਿਲਿਆ ਉਹ ਇਹ ਮਿਲਿਆ ਵੀ ਸਾਡੀਆਂ ਜ਼ਮੀਨਾਂ ਜਿਹੜੀਆਂ ਆਰਗੈਨਿਕ ਮੈਟਰ ਆ ਉਹ ਸਾਡਾ ਬਹੁਤ ਵਧਿਆ, ਕਿਉਂਕਿ ਸਾਡੇ ਮਿੱਤਰ ਕੀੜੇ ਬਹੁਤ ਪੈਦਾ ਹੋਏ ਉਹਦੇ ਵਿੱਚ। ਤੇ ਆਰਗੈਨਿਕ ਮੈਟਰ ਵਧਣ ਦੇ ਨਾਲ ਸਾਡੇ ਆਲੂਆਂ ਦੀ ਜਿਹੜੀ ਫਸਲ ਆ, ਪੈਦਾਵਾਰ ਆ, ਉਹ ਵੀ ਜ਼ਿਆਦਾ ਸਾਨੂੰ ਲੱਗਾ, ਸਾਨੂੰ ਮਹਿਸੂਸ ਹੋਇਆ ਵੀ 40% ਉਹ ਵੀ ਵਧੀ ਹੈ। ਤੁਸੀਂ ਅੱਜ ਮੰਗ ਪੱਤਰ ਇਹ ਵਾਲਾ ਜਿਹੜਾ ਦਿੱਤਾ ਕਿ ਕੱਦੂ ਬੰਦ ਕਰ ਦਿਓ, ਕੱਦੂ ਦੇ ਉੱਤੇ ਬੈਨ ਲਾ ਦਿਓ, ਬਹੁਤ ਗਿਣਤੀ ਜਿਹੜੀ ਆ ਅਜੇ ਵੀ ਪੰਜਾਬ ਦੇ ਵਿੱਚ ਝੋਨਾ ਕੱਦੂ ਦੇ ਰਾਹੀਂ ਹੀ ਕਰਕੇ ਲਾਉਂਦੀ ਆ, ਤਾਂ ਲੱਗਦਾ ਹੈ ਕਿ ਕਿਸਾਨ ਇੱਧਰ ਨੂੰ ਮੁੜਨਗੇ ਤੇ ਸਰਕਾਰ ਤੁਹਾਡੀ ਗੱਲ ਵੱਲ ਧਿਆਨ ਦੇਣਗੇ? ਬਿਲਕੁਲ, ਅਸੀਂ ਪੂਰਾ ਜ਼ੋਰ ਲਾਵਾਂਗੇ ਜੀ, ਸਰਕਾਰਾਂ ਨੂੰ ਮਨਾਵਾਂਗੇ, ਸਰਕਾਰਾਂ ਨੂੰ ਆਪਣੇ ਫੈਕਟ ਦੱਸਾਂਗੇ, ਸਰਕਾਰਾਂ ਨੂੰ ਇਹਦੇ ਫਾਇਦੇ ਦੱਸਾਂਗੇ, ਕਿਸਾਨਾਂ ਨੂੰ, ਜ਼ਿਮੀਂਦਾਰਾਂ ਨੂੰ ਪਿੰਡ ਜਾ ਕੇ ਜੀ ਸਾਨੂੰ ਜਾਣਾ ਪਿਆ। ਅਸੀਂ ਹੁਣ ਵੀ ਖੇਤੀਬਾੜੀ ਅਫਸਰ ਨੂੰ ਕਹਿ ਕੇ ਆਏ ਆ ਵੀ ਇਹ ਸਾਡੇ ਜਿਹੜੇ ਨਾਲ ਕਿਸਾਨ ਆਏ ਔਰ ਜਿਹੜੇ ਨਹੀਂ ਵੀ ਆਏ ਉਹ ਤੁਹਾਨੂੰ ਵਲੰਟੀਅਰ ਸਰਵਿਸ ਦੇਣਗੇ, ਔਰ ਆਪਣੇ ਬਲਾਕ ਦੇ ਵਿੱਚ, ਆਪਣੇ ਜ਼ਿਲ੍ਹੇ ਦੇ ਵਿੱਚ। ਪਿਛਲੇ ਸਾਲ ਵੀ ਅਸੀਂ ਦਿੱਤੀ ਆ, ਫਰੀਦਕੋਟ ਜਾ ਕੇ ਵੀ ਲੈਕਚਰ ਦਿੱਤੇ ਆ, ਫਿਰੋਜ਼ਪੁਰ ਜਾ ਕੇ ਵੀ ਲੈਕਚਰ ਦਿੱਤੇ ਆ, ਤੇ ਜਿੱਥੇ ਸਾਨੂੰ ਸੱਦਿਆ ਅਸੀਂ ਲੈਕਚਰ ਦਿੱਤੇ। ਈਵਨ ਮੈਨੂੰ ਵਾਈਸ ਚਾਂਸਲਰ ਸਾਹਿਬ ਨੇ ਵੀ ਯੂਨੀਵਰਸਿਟੀ 'ਚ ਸੱਦਿਆ ਸੀ, ਔਰ ਆਪਦੇ ਮੇਰੇ ਤਜਰਬਿਆਂ ਦੇ ਬਾਰੇ ਉਹਨਾਂ ਨੇ ਗੱਲਬਾਤ ਕੀਤੀ ਸੀ। ਮੇਰੇ ਬਾਕੀ ਸਹਿਯੋਗੀ ਵੀ ਸਾਰੇ ਨਾਲ ਗਏ ਸੀਗੇ, ਤੇ ਉੱਥੇ ਵੀ ਇਹਨਾਂ ਚੀਜ਼ਾਂ 'ਤੇ ਚਰਚਾ ਹੋਈ ਆ। ਔਰ ਮੈਨੂੰ ਪੂਰੀ ਉਮੀਦ ਆ ਵੀ ਯੂਨੀਵਰਸਿਟੀ ਵੱਲੋਂ ਵੀ ਰਿਕਮੈਂਡ ਹੋ ਜਾਊਗਾ ਵੱਟਾਂ ਵਾਲਾ ਝੋਨਾ ਅਤੇ ਸਿੱਧੀ ਬਿਜਾਈ ਵਾਲਾ ਝੋਨਾ।
ਮੁੱਖ ਖੇਤੀਬਾੜੀ ਅਫਸਰ ਜਲੰਧਰ, ਹਾਂਜੀ ਜੀ। ਜੇ ਇਹ ਅਸੀਂ ਇਹ ਚੀਜ਼ ਤੇ ਕਾਮਯਾਬ ਹੋ ਜਾਂਦੇ ਆ ਵੀ ਇੱਧਰ ਲਾਓ ਤੇ ਝੋਨਾ ਆਟੋਮੈਟਿਕਲੀ ਗਵਰਨਮੈਂਟ ਨੂੰ ਬੈਨ ਕਰਨਾ ਪੈਣਾ। ਗਵਰਨਮੈਂਟ ਤੇ ਬਹੁਤ ਜ਼ਿਆਦਾ ਬਿਜਲੀ ਦਾ, ਪਾਣੀ ਦਾ ਬਹੁਤ ਜ਼ਿਆਦਾ ਬੋਝ ਪੈ ਰਿਹਾ ਆ। ਨਹਿਰਾਂ ਤੋਂ ਪਾਣੀ ਲਿਆ ਜਾ ਰਿਹਾ, ਉਹਦਾ ਵੀ ਬੋਝ ਸਰਕਾਰਾਂ ਤੇ ਪੈ ਰਿਹਾ। ਅਸੀਂ ਚਾਹੁੰਦੇ ਆ ਵੀ ਸਰਕਾਰਾਂ ਤੇ ਬੋਝ ਨਾ ਪਾਈਏ। ਸਾਡੇ ਕੋਲ ਇੱਕ ਜਿਹੜਾ ਇਹ ਸੋਮਾ ਆ, ਪਾਣੀ ਆ, ਇਹਨੂੰ ਬਚਾ ਕੇ ਆਪਣੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ, ਆਉਣ ਵਾਲਾ ਜਿਹੜਾ ਭਵਿੱਖ ਆ ਸਾਡਾ, ਉਹ ਸੇਵ ਹੋ ਜਾਵੇ। ਮੁੱਖ ਖੇਤੀਬਾੜੀ ਅਫਸਰ ਜਲੰਧਰ ਜਿਨ੍ਹਾਂ ਨੂੰ ਮੰਗ ਪੱਤਰ ਡਾਕਟਰ ਸੁਰਿੰਦਰ ਸਿੰਘ ਹੋਣਾ ਨੂੰ ਦਿੱਤਾ, ਤਾਂ ਸੁਰਿੰਦਰ ਜੀ ਜਿਹੜਾ ਮੰਗ ਪੱਤਰ ਦਿੱਤਾ ਆ, ਲੱਗਦਾ ਹੈ ਕਿ ਵਾਜਬ ਹੈ? ਦੇਖੋ, ਬਹੁਤ ਵਧੀਆ ਸੋਚ ਹੈ ਇਹ ਸਾਡੇ ਕਿਸਾਨ ਵੀਰ ਨੇ। ਜੇ ਸਾਰੇ ਕਿਸਾਨ ਇਹੋ ਜੀ ਸੋਚ ਬਣਾਉਣ ਤਾਂ ਸਾਡੇ ਪੰਜਾਬ ਦਾ ਜਿਹੜਾ ਭਵਿੱਖ ਬਹੁਤ ਵਧੀਆ ਹੋ ਸਕਦਾ, ਕਿਉਂਕਿ ਖੇਤੀਬਾੜੀ ਵਿਭਾਗ ਵੱਲੋਂ ਤੇ ਆਲਰੇਡੀ ਸਾਡਾ ਜਿਹੜਾ ਜ਼ੋਰ ਲੱਗਾ ਵੀ ਸਿੱਧੀ ਬਿਜਾਈ ਵਾਸਤੇ ਲੱਗਾ, ਔਰ ਖੇਤੀ ਖਰਚੇ ਘਟਾਉਣੇ ਔਰ ਪਾਣੀ ਦੀ ਬਚਤ ਕਰਨੀ ਹੈ। ਕਿਵੇਂ ਕਰਨੀ ਹੈ? ਔਰ ਇਸ ਵਾਸਤੇ ਅਸੀਂ, ਕਿਉਂਕਿ ਪਿਛਲੇ ਸਾਲ ਵੀ ਸਾਡਾ ਕੋਵਿਡ-19 ਦਾ ਜਿਹੜਾ ਦੌਰ ਚੱਲਿਆ, ਉਹਦੇ ਵਾਸਤੇ ਵੀ ਸਾਡੇ ਕੋਲ ਲੇਬਰ ਦੀ ਸਮੱਸਿਆ ਕਾਫੀ ਆ ਗਈ ਹੈ। ਉਹ ਲੇਬਰ ਦੀ ਸਮੱਸਿਆ ਆਉਣ ਕਰਕੇ ਜਿਹੜਾ ਇੱਕ ਨਵਾਂ ਜਿਹੜਾ ਕਿਸਾਨਾਂ ਵੱਲੋਂ ਜਿਹੜਾ ਅਸੀਂ ਉਹਨਾਂ ਨੂੰ ਕਨਸੈਪਟ, ਤੇ ਚਲੋ ਅਸੀਂ ਪਿਛਲੇ ਸਾਲਾਂ ਤੋਂ ਦੇ ਰਹੇ ਹਾਂ, ਲੇਕਿਨ ਬਹੁਤ ਸਾਰੇ ਕਿਸਾਨ ਵੀਰ ਸੀ ਜਿਹੜੇ ਸਾਡੀ ਇਹ ਗੱਲ ਨੂੰ ਮੰਨਦੇ ਨਹੀਂ ਸੀ, ਲੇਕਿਨ ਫਿਰ ਵੀ ਸਾਡੇ ਕੋਲ ਅਸੀਂ ਡੈਮੋਸਟ੍ਰੇਸ਼ਨ ਜਾਂ ਪ੍ਰਦਰਸ਼ਨੀ ਪਲਾਟ ਲਗਾਉਂਦੇ ਸੀ। ਉਹ ਕਿਸਾਨ ਜਿਹੜੇ ਕਾਫੀ ਹੱਦ ਤੱਕ ਇਹ ਜਿਹੜਾ ਸਿੱਧੀ ਬਿਜਾਈ ਝੋਨਾ ਕਰਦੇ ਸੀ। ਲੇਕਿਨ ਜਦੋਂ ਲੇਬਰ ਦੀ ਸਮੱਸਿਆ ਆ ਗਈ ਔਰ ਬਹੁਤ ਸਾਰੇ ਕਿਸਾਨ ਵੀਰਾਂ ਨੇ, ਕਿਉਂਕਿ ਉਹਨਾਂ ਕੋਲ ਤਕਨੀਕੀ ਤੌਰ 'ਤੇ ਕਈ ਵਾਰੀ ਤਜਰਬਾ ਨਾ ਹੋਣ ਕਰਕੇ ਉਹਨਾਂ ਨੇ ਸਿੱਧੀ ਬਿਜਾਈ ਕਾਫੀ ਰਕਬੇ 'ਚ ਕੀਤੀ। ਔਰ ਕੁਝ ਕਿਸਾਨ ਵੀਰ ਜਿਨ੍ਹਾਂ ਕੋਲ ਤਕਨੀਕੀ ਤਜਰਬਾ ਨਹੀਂ ਸੀ, ਉਹਨਾਂ ਨੇ ਕੁਝ ਰਕਬਾ ਜਿਹੜਾ ਕੁਝ ਵਾਹ ਵੀ ਦਿੱਤਾ। ਅੱਛਾ, ਇੱਕ ਡਾਕਟਰ ਸਾਹਿਬ ਇੱਕ ਗੱਲ ਇਹ ਦੱਸੋ ਕਿ ਸੰਭਵ ਹੈ, ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਕੱਦੂ ਬੈਨ ਕਰ ਦਿਓ, ਕਿਉਂਕਿ ਪੂਰਾ ਪੰਜਾਬ ਹੀ ਕੱਦੂ ਕਰਦਾ ਆ ਪਿਛਲੇ ਸਾਲ। ਠੀਕ ਹੈ ਕਿ ਤੁਹਾਡੇ ਜੋ ਤੁਸੀਂ ਲੈਕਚਰ ਦਿੱਤੇ ਜਾਂ ਜਿਸ ਤਰੀਕੇ ਨਾਲ ਕਿਸਾਨਾਂ ਨੂੰ ਸਮਝਾਇਆ, ਕਿਸਾਨ ਥੋੜੇ ਬਹੁਤੇ ਮੁੜੇ ਨੇ ਇੱਧਰ ਨੂੰ, ਪਰ ਕੱਦੂ ਬੈਨ ਹੋਣਾ ਸੰਭਵ ਲੱਗਦਾ? ਦੇਖੋ, ਇਹ ਗੌਰੇ ਮਤਲਬ ਕਿ ਕੋਈ ਜਿਹੜਾ ਯੂਨੀਵਰਸਿਟੀ ਇਸ ਪਾਸੇ ਉਹਨਾਂ ਨੂੰ ਤਜਰਬਾ, ਜਿਹੜਾ ਉਹਨਾਂ ਦਾ ਆਪਣਾ ਤਜਰਬਾ ਹੈ, ਇਹ ਫਾਰਮਰ ਕਿਸਾਨਾਂ ਦੇ ਇਹਨਾਂ ਦੇ ਖੇਤਾਂ ਵਿੱਚ ਜਾ ਕੇ ਇਹ ਕਲੈਕਟਿਵਲੀ ਸਮੁੱਚੇ ਤੌਰ ਤੇ ਇਹਨਾਂ ਨੂੰ ਯੂਨੀਵਰਸਿਟੀ ਦੇ ਜਿਹੜੇ ਸਾਇੰਟਿਸਟ ਨੇ ਉਹਨਾਂ ਨੂੰ ਆਣ ਕੇ ਦੇਖਣਾ ਚਾਹੀਦਾ। ਔਰ ਜਿਹੜੀ ਸਿਫਾਰਿਸ਼ ਆ ਉਹ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਹੈ ਵੀ ਕੀ ਇਹ ਸੰਭਵ ਹੈ। ਇਹ ਸਮੁੱਚੇ ਤੌਰ ਤੇ ਪੰਜਾਬ ਸਰਕਾਰ ਵੱਲੋਂ ਇਹਦੇ ਵਾਸਤੇ ਫੈਸਲਾ ਲੈਣਾ ਵੀ ਕਿਵੇਂ ਕਰਨਾ। ਜੀ ਬਿਲਕੁਲ, ਧੰਨਵਾਦ। ਤਾਂ ਇਹ ਨੇ ਮੁੱਖ ਖੇਤੀਬਾੜੀ ਅਫਸਰ ਜਲੰਧਰ ਡਾਕਟਰ ਸੁਰਿੰਦਰ ਸਿੰਘ ਹੋਣੀ। ਇਹ ਕਿਸਾਨ ਨੇ, ਕਿਸਾਨ ਆਪ ਹੁਣ ਖੁਦ ਇਹ ਕਹਿ ਰਹੇ ਨੇ ਕਿ ਜਿਹੜਾ ਕੱਦੂ ਹੈ ਕਰਦੇ ਆਪਾਂ ਝੋਨੇ ਦੇ ਲਈ, ਉਸ ਨੂੰ ਬੈਨ ਕਰ ਦੇਣਾ ਚਾਹੀਦਾ ਹੈ। ਕਾਰਨ ਇਹ ਕਿ ਪਾਣੀ ਦਾ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ, ਪਾਣੀ ਰੀਚਾਰਜ ਜਿਹੜਾ ਧਰਤੀ ਦੇ ਵਿੱਚ ਨਹੀਂ ਹੁੰਦਾ ਕੱਦੂ ਕਰਨ ਦੇ ਨਾਲ, ਤੇ ਜੇ ਅਸੀਂ ਕੱਦੂ ਦੇ ਉੱਤੇ ਬੈਨ ਲਾਉਂਦੇ ਹਾਂ ਤੇ ਪਾਣੀ ਦੇ ਨਾਲ ਨਾਲ ਸਾਡੀ ਫਸਲ ਵੀ ਜਿਹੜੀ ਹੈ ਉਹ ਬਚ ਸਕਦੀ ਹੈ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।